ਅੱਜ ਅਸੀਂ ਕਰਨਾ ਹੈਲੋ ਬੇਟਾ ਅੱਜ ਅਸੀਂ ਕਰਨਾ ਕ੍ਰਿਸਟਲ ਫੀਲਡ ਥਿਊਰੀ CFT ਵੀ ਕਹਿੰਦੇ ਆ। ਥੋੜ੍ਹਾ ਜਿਹਾ ਇਹਨੂੰ ਤੁਸੀਂ ਲੋਅਰ ਕਲਾਸ +2 'ਚ ਵੀ ਕੀਤਾ ਹੋਇਆ। ਕ੍ਰਿਸਟਲ ਫੀਲਡ ਥਿਊਰੀ ਬੇਟਾ ਇੱਕ ਥਿਊਰੀ ਕੇਮ ਇਨਟੂ ਵਿਊ ਕਿਉਂ ਹੋਈ, ਕਿਉਂਕਿ ਇਹਨੇ ਕੁਛ ਪ੍ਰੋਪਰਟੀ ਜਿੱਦਾਂ ਜਿਹੜੀ ਬੈਲੈਂਸ ਬੌਂਡ ਥਿਊਰੀ ਦੀਆਂ ਲਿਮੀਟੇਸ਼ਨ ਸੀਗੀਆਂ। ਬੈਲੈਂਸ ਬੌਂਡ ਥਿਊਰੀ ਦੀਆਂ ਲਿਮੀਟੇਸ਼ਨ ਕੀ ਸੀਗੀਆਂ ਕਿ ਮੈਗਨੈਟਿਕ ਪ੍ਰੋਪਰਟੀ ਨਹੀਂ ਦੱਸ ਪਾਇਆ। ਡੀ ਆਰਬਿਟਲਸ ਦੀ ਜਿਹੜੀ ਟ੍ਰਾਂਜੀਸ਼ਨ ਮੈਟਲ ਆਇਨ ਆ ਕੋਆਰਡੀਨੇਟ ਕੰਪਲੈਕਸ ਵਿੱਚ ਜਦੋਂ ਲਾਈਗਨਸ ਨਾਲ ਕੰਬਾਈਨ ਕਰ ਜਾਂਦਾ ਤਾਂ ਫਿਰ ਉਹਨਾਂ ਦੀ ਡੀ ਆਰਬਿਟਲ ਦੀ ਡੀਜਨਰੇਸੀ ਸਪਲਿਟ ਹੋ ਜਾਂਦੀ ਹੈ, ਉਹ ਨਹੀਂ ਐਕਸਪਲੇਨ ਕੀਤਾ। ਰਿਲੇਟਿਵ ਸਟੇਬਿਲਿਟੀ ਜਿਹੜੀਆਂ ਡਿਫਰੈਂਟ ਕੋਆਰਡੀਨੇਟ ਕੰਪਲੈਕਸਿਸ ਦੀ ਉਹ ਨਹੀਂ ਐਕਸਪਲੇਨ ਕੀਤੀ। ਫਿਰ ਆਪਾਂ ਕਿਹਾ ਕਿ ਰਿਲੇਟਿਵ ਜਿੱਦਾਂ ਇੱਕ ਸੇਮ ਟ੍ਰਾਂਜੀਸ਼ਨ ਮੈਟਲ ਸੇਮ ਆਕਸੀਡੇਸ਼ਨ ਸਟੇਟ ਬਟ ਵਿਦ ਡਿਫਰੈਂਟ ਲਿਗੈਂਡਸ ਤਾਂ ਉਹ ਓਬਵੀਅਸਲੀ ਕੀ ਹੈ ਉਹ ਕਿਸੇ ਵਿੱਚ ਉਹ ਹਾਈ ਸਪਿਨ ਆ ਅਤੇ ਕਿਸੇ ਵਿੱਚ ਲੋ ਸਪਿਨ ਆ। ਸੇਮ ਆਕਸੀਡੇਸ਼ਨ ਸਟੇਟ ਦਾ ਮੈਟਲ ਆਇਨ ਸੇਮ ਮੈਟਲ ਆਇਨ ਉਹ ਕਿਸੇ ਲਾਈਗਨ ਨਾਲ ਮਿਲ ਕੇ ਉਹ ਕੋਆਰਡੀਨੇਟ ਕੰਪਲੈਕਸ PC ਬਣਾਉਂਦਾ, ਮੇ ਬੀ ਨਿਊਟਰਲ ਔਰ ਨੈਗੇਟਿਵਲੀ ਔਰ ਪੋਜ਼ੀਟਿਵਲੀ ਚਾਰਜ, ਤਾਂ ਉਹ ਹਾਈ ਸਪਿਨ ਵੀ ਹੁੰਦਾ ਲੋ ਸਪਿਨ ਆ, ਉਹਨੂੰ ਐਕਸਪਲੇਨ ਨਹੀਂ ਕੀਤਾ। ਫਿਰ ਉਹਨੇ ਮੰਨਿਆ ਕਿ ਬੈਲੈਂਸ ਬੌਂਡ ਥਿਊਰੀ 'ਚ ਅਸੀਂ ਮੰਨਿਆ ਕਿ ਜਿਹੜਾ ਹੈ ਬੌਂਡ ਬਿਟਵੀਨ ਦਾ ਟ੍ਰਾਂਜੀਸ਼ਨ ਮੈਟਲ ਐਟਮ ਔਰ ਆਇਨ ਐਂਡ ਦ ਲੀਗਨਸ 100% ਪਿਓਰਲੀ ਕੋਵਲੈਂਟ ਆ। ਐਂਡ ਜਦ ਕਿ ਹੁਣ ਕ੍ਰਿਸਟਲ ਫੀਲਡ ਥਿਊਰੀ ਜਿਹੜੀ ਹੈ ਦੈਟ ਇਜ਼ ਕੇਮ ਇਨ ਟੂ ਵਿਊ ਐਂਡ ਦੈਟ ਵਾਜ਼ ਡਿਵੈਲਪ ਬਾਈ H. ਬੈਥੇ ਐਂਡ B. ਬਲੈਕ। ਮੈਂ ਲਿਖਦੀ ਵੀ ਹਾਂ ਇਹਨੂੰ, ਹੈ ਨਾ। ਤਾਂ ਇਸ ਥਿਊਰੀ ਜਿਹੜੀ ਹੈ ਦੈਟ ਇਜ਼ ਬੇਸਡ ਇੰਟਾਇਰਲੀ ਔਨ ਡਿਫਰੈਂਟ ਅਜੰਪਸ਼ਨ ਕਿ ਇਹਨੇ ਮੰਨਿਆ ਕਿ ਟ੍ਰਾਂਜੀਸ਼ਨ ਮੈਟਲ ਐਟਮ ਔਰ ਆਇਨ ਟ੍ਰਾਂਜੀਸ਼ਨ ਮੈਟਲ ਐਟਮ ਆਇਨ ਦਾ ਔਰ ਆਇਨ ਦਾ ਜਿਹੜੀ ਹੈ ਇੰਟਰੈਕਸ਼ਨ ਵਿਦ ਦ ਲੀਗੈਂਡਸ ਦੈਟ ਇਜ਼ ਪਿਓਰਲੀ ਇਲੈਕਟ੍ਰੋਸਟੈਟਿਕ ਆਇਨਿਕ ਆ। ਅਗਰ ਲੀਗੈਂਡ ਨਿਊਟਰਲ ਆ ਤਾਂ ਉਹ ਓਬਵੀਅਸਲੀ ਕੀ ਹੋਊਗਾ ਡਾਇਪੋਲ, ਹੈ ਨਾ। ਤਾਂ ਮੈਟਲ ਨੂੰ ਆਪਾਂ ਮੰਨਣਾ ਪੁਆਇੰਟ ਚਾਰਜਿਸ ਅਕੋਰਡਿੰਗ ਟੂ ਬੈਥੇ ਐਂਡ ਬਲੈਕ ਕੀ ਹੈ ਕਿ ਜਿਹੜੇ ਟ੍ਰਾਂਜੀਸ਼ਨ ਮੈਟਲ ਐਟਮ ਔਰ ਆਇਨ ਜਿਹੜੇ ਆ ਦੇ ਆਰ ਪੁਆਇੰਟ ਚਾਰਜਿਸ ਐਂਡ ਲਾਈਗੈਂਡ ਵੀ ਪੁਆਇੰਟ ਚਾਰਜਿਸ ਆ। ਐਂਡ ਲਾਈਗੈਂਡ ਨਿਊਟਰਲ ਵੀ ਹੁੰਦੇ ਆ, ਤੁਹਾਨੂੰ ਪਤਾ ਜਿੱਦਾਂ ਵਾਟਰ ਅਮੋਨੀਆ। ਔਰ ਜਿਹੜੇ ਨੈਗੇਟਿਵਲੀ ਚਾਰਜ PC ਉਹ ਕੀ ਹੁੰਦੀਆਂ ਤੁਹਾਨੂੰ ਪਤਾ ਕਲੋਰਾਈਡ, ਬ੍ਰੋਮਾਈਡ, ਆਇਓਡਾਈਡ, ਹਾਈਡਰੋਕਸਾਈਡ, ਆਕਜ਼ਲੇਟ, ਹੈ ਨਾ। ਆਇਨ ਉਹ ਕੀ ਹੈ ਆਇਨਿਕ। ਤਾਂ ਜੇ ਆਇਨ ਮੈਟਲ ਆਇਨ ਅਤੇ ਨਿਊਟਰਲ ਸਪੀਸੀਜ਼ 'ਚ ਇੰਟਰੈਕਸ਼ਨ ਆ ਤਾਂ ਆਇਨਿਕ ਇੰਟਰੈਕਸ਼ਨ ਹੀ ਰਹਿਣੀ ਹੈ ਦੈਟ ਇਜ਼ ਡਿਊ ਟੂ ਆਇਨ ਡਾਇਪੋਲ ਇੰਟਰੈਕਸ਼ਨ। ਜਦੋਂ ਲਾਈਗੈਂਡ ਹੈਗਾ ਨੈਗੇਟਿਵਲੀ ਚਾਰਜ ਤਾਂ ਫਿਰ ਟ੍ਰਾਂਜੀਸ਼ਨ ਮੈਟਲ ਆਇਨ ਤਾਂ ਨੈਗੇਟਿਵਲੀ ਪੋਜ਼ੀਟਿਵਲੀ ਚਾਰਜਡ ਹੈ ਅਤੇ ਪੋਜ਼ੀਟਿਵ ਨੈਗੇਟਿਵ ਇੰਟਰੈਕਸ਼ਨ ਅਗੇਨ ਆਇਨ ਇੰਟਰੈਕਸ਼ਨ ਹੋ ਗਈ। ਉਹ ਫਿਰ ਓਬਵੀਅਸਲੀ ਇਲੈਕਟ੍ਰੋਸਟੈਟਿਕ ਫੋਰਸ ਆਫ ਅਟਰੈਕਸ਼ਨ ਨੂੰ ਕਾਜ਼ ਕਰੂਗਾ। ਠੀਕ ਆ ਬੇਟਾ। ਸੈਂਟਰਲ ਆਈਡੀਆ ਇਸ ਥਿਊਰੀ ਦਾ ਇਹ ਆ ਕਿ ਜਿਹੜਾ ਹੈ ਇਲੈਕਟ੍ਰੋਨ ਜਿਹੜੇ ਆ ਹੈ ਨਾ ਸੈਂਟਰਲ ਆਈਡੀਆ ਇਸ ਥਿਊਰੀ ਦਾ ਕ੍ਰਿਸਟਲ ਫੀਲਡ ਥਿਊਰੀ ਦਾ CFT ਦਾ ਇਹ ਹੈ ਕਿ ਇਲੈਕਟ੍ਰੋਨ ਜਿਹੜੇ ਟ੍ਰਾਂਜੀਸ਼ਨ ਮੈਟਲ ਐਟਮ ਔਰ ਆਇਨ ਦੇ ਵਿੱਚ ਹੁੰਦੇ ਆ ਇਨ ਦਾ ਇਨਵਾਇਰਮੈਂਟ ਆਫ ਅਦਰ ਸਪੀਸੀ ਮੇ ਬੀ ਉਹ ਨੈਗੇਟਿਵਲੀ ਚਾਰਜ ਹੋ ਸਕਦੀਆਂ ਉਹ ਜਾਂ ਫਿਰ ਲਾਈਗੈਂਡ ਜਿਹੜੇ ਆ ਉਹ ਨਿਊਟਰਲ ਵੀ ਹੋ ਸਕਦੇ ਆ। ਤਾਂ ਉਹਨਾਂ ਦੇ ਇਨਫਲੂਐਂਸ ਦੇ ਅੰਡਰ ਇਲੈਕਟ੍ਰੋਨ ਜਿਹੜੇ ਪ੍ਰੈਜ਼ੈਂਟ ਆ ਲੀਗੈਂਡ ਜਿਹੜੇ ਨਿਊਟਰਲ ਜਾਂ ਨੈਗੇਟਿਵਲੀ ਚਾਰਜ ਆ ਤਾਂ ਉਹਨਾਂ ਦੇ ਇਨਫਲੂਐਂਸ ਦੇ ਅੰਡਰ ਜਿਹੜਾ ਹੈ ਟ੍ਰਾਂਜੀਸ਼ਨ ਮੈਟਲ ਦੇ ਡੀ ਇਲੈਕਟ੍ਰੋਨ ਮੇਨਲੀ ਸਟ੍ਰੈਸ ਕੀਤਾ ਡੀ ਇਲੈਕਟ੍ਰੋਨ ਪੈਨਲਟੀਮੇਟ ਸ਼ੈਲ ਦਾ। ਜਦੋਂ ਇਲੈਕਟ੍ਰੋਨ ਇੱਕ ਆਇਨ ਦੇ ਵਿੱਚੋਂ ਵੈਲੈਂਸ ਸ਼ੈਲ 'ਚੋਂ ਇਲੈਕਟ੍ਰੋਨ ਰਿਮੂਵ ਹੋ ਗਿਆ D ਬਲੋਕ ਦੇ ਵਿੱਚ ਸਪੈਸ਼ਲੀ ਤਾਂ S ਆਰਬਿਟਲ ਰਿਮੂਵ ਹੋ ਗਿਆ ਜਨਰਲੀ ਤਬ ਜਾਂ P ਹੋ ਗਿਆ ਵੈਲੈਂਸ ਸ਼ੈਲ ਦਾ ਤਾਂ ਸਾਡੇ ਕੋਲ D ਆਰਬਿਟਲ ਜਿਹੜਾ ਹੋਣਾ ਹੈ ਓਬਵੀਅਸਲੀ ਦੈਟ ਬਿਕਮ ਇਨ ਮੋਸਟ ਆਫ ਦਾ ਕੇਸਿਸ ਕੀ ਹੋ ਜਾਊਗਾ ਉਹ ਬੇਟਾ ਉਹ ਜਿਹੜਾ ਹੈ ਵੈਲੈਂਸ ਸ਼ੈਲ ਬਣ ਜਾਊਗਾ ਮੋਸਟ ਆਫ ਦਾ ਕੇਸਿਸ ਤਾਂ ਉਹ ਵੈਲੈਂਸ ਸ਼ੈਲ ਹੋਊਗਾ। ਅਦਰਵਾਈਜ਼ ਕਈ ਵਾਰ ਕੇਸਿਸ 'ਚ ਇਨ ਪੈਨਲਟੀਮੇਟ ਸ਼ੈਲ D ਆਰਬਿਟਲ 'ਤੇ ਸਟ੍ਰੈਸ ਕਰਨਾ ਕਿ ਟ੍ਰਾਂਜੀਸ਼ਨ ਮੈਟਲ ਐਟਮ ਜਾਂ ਆਇਨ ਦੇ ਜਿਹੜੇ D ਇਲੈਕਟ੍ਰੋਨਸ ਨੇ ਉਹ ਜਦੋਂ ਲਾਈਗੈਂਡਸ ਦੇ ਇਨਵਾਇਰਮੈਂਟ 'ਚ ਜਦੋਂ ਅਪਰੋਚ ਕਰਦਾ ਲਾਈਗੈਂਡ ਚਾਹੇ ਉਹ ਨਿਊਟਰਲ ਔਰ ਨੈਗੇਟਿਵਲੀ ਚਾਰਜ ਦਾ ਤਾਂ ਉਹਦੇ ਇਨਫਲੂਐਂਸ ਦੇ ਅੰਡਰ ਇਲੈਕਟ੍ਰਿਕ ਫੀਲਡ ਨॉन ਸਫੈਰੀਕਲ ਇਲੈਕਟ੍ਰਿਕ ਫੀਲਡ ਪ੍ਰੋਡਿਊਸ ਹੋ ਜਾਂਦੀ। ਬੇਟਾ ਲਾਈਗੈਂਡ ਕੀ ਆ
they are carrying lone pair जे न्यूट्रल आ तो इन एडिशन टू लोन पेयर दे आर कैरिंग नैगेटिव चार्ज जो नैगेटिवली चार्ज लाइगेंड आ तो जो अप्रोच करोगे उन्होंने डी ऑर्बिटल्स की तरफ 5 डी ऑर्बिटल होंगे आ जेडे अलॉन्ग जेडे डी ऑर्बिटल की तरफ ट्रांजिशन मेटल आयन की तरफ अप्रोच करोगे तो उन्होंने कोल भी इलैक्ट्रॉन इलैक्ट्रॉन की हो जाएगी फिर रिपल्शन मेटल आयन के डी ऑर्बिटल के इलैक्ट्रॉन ते लाइगेंस के किहड़े इलैक्ट्रॉन या तो लोन पेयर इलैक्ट्रॉन या नैगेटिव चार्ज और रिपैल करोगे एक दूसरे को जो ज़्यादा नेड़े आ जाऊगा तो रिपल्शन होगी तो एनर्जी डी जनरेसी जी है डी ऑर्बिटल की 5 डी ऑर्बिटल की डी एक्स बाई डी वाई जेड डी जेड एक्स डी एक्स स्केयर माइनस वाई स्केयर एंड डी जेड स्केयर वो लॉस हो जाएगी फिर वो डिफरेंट सैट ऑफ ऑर्बिटल चेंज हो जाएगा सो डिफरेंट लाइगेंस जोड़े डिफरेंट मैटल्स नू की करते हैं रिपेल करते हैं तो नॉन स्फेरिकल क्रिस्टल फील्ड प्रोड्यूस करते हैं तो उस क्रिस्टलाइन फील्ड में आप हुण कहने क्रिस्टल फील्ड तो दैट इज़ रिस्पोंसिबल फॉर द नेम क्रिस्टल फील्ड थ्योरी है ना तो बेटा ये इन्ना क्लीयर है तो इन्होंने मैं थोड़ा लिख के भी दस रही हूँ द क्रिस्टल फील्ड थ्योरी was developed by H. Bethe and V. Black. This theory is based on entirely डिफरेंट अजम्पशनस और अजम्पशनस मैं थानू वैसे दस चुकी हूँ डिफरेंट अजम्पशन कि वो प्योरली की होना है इलैक्ट्रोस्टैटिक बॉन्ड होना आयनिक बॉन्ड होना उन्होंने अजम्पशनस जड़ियाँ बेटा इन्हों दी की है कि जिहड़ा क्रिस्टल फील्ड थ्योरी वाज डिवेलप बाय H. Bethe and V. Black this theory is based upon entirely upon different assumptions वो किहड़ियां assumptions ने then किहदे नालों then the valence bond theory then the valence bond theory as we already know valence bond theory VBT theory considers the bonding between बेटा between में BW पाना between the transition metal ion and ligands or ligands is purely covalent प्योरली की मन्निया उन्हें कोवलेंट बैलेंस बॉन्ड थ्योरी ने प्योरली की मन्निया कंसीडर द बॉन्डिंग बिटवीन द ट्रांजिशन मेटल आयन एंड द लिगेंड्स आर प्योरली कोवलेंट जद के ऑन द अदर हैंड क्रिस्टल फील्ड थ्योरी ने की मन्निया है ऑन द अदर हैंड CFT considers or assumes bonding between transition metal ion and ligands is purely covalent purely ionic purely electrostatic और उन्होंने आप की कहने और आयनिक बॉन्ड होएगा उन्होंने ठीक है जोड़ा को बॉन्ड बिटवीन लाइगेंड एंड मेटल होएगा सो CFT बॉन्ड बिटवीन ट्रांजिशन मेटल आयन एंड लिगेंड्स इज प्योरली इलेक्ट्रोस्टैटिक और आयनिक
CFT, crystal field theory, is based upon the assumption बेस्ड ऑन एक मिनट क्रिस्टल फील्ड थ्योरी ਦੇ ਵਿੱਚ ਆਪਾਂ ਮੰਨ ਲਿਆ ਕਿ ਬੌਂਡ ਜਿਹੜਾ ਆ 100% ਆਇਨਿਕ ਹੋਏਗਾ ਇਨ ਕੇਸ ਆਫ ਨੈਗੇਟਿਵਲੀ ਚਾਰਜਡ ਆਇਨ ਇਨ ਕੇਸ ਆਫ ਲਾਈਗਨ ਕੀ ਹੈ ਦੋ ਤਰ੍ਹਾਂ ਦੇ ਹੁੰਦੇ ਆ ਇਨ ਕੇਸ ਆਫ ਨੈਗੇਟਿਵਲੀ ਚਾਰਜਡ ligands फॉर एग्ज़ाम्पल क्लोराइड हो गया ऑक्सलेट आयन हो गया ठीक है एक्सेट्रा साइनाइड हो गया द इंटरैक्शन इत्थे रिपल्शन इंटरैक्शन जी बेटा इंटरैक्शन जी होंगी है वो अट्रैक्शन भी हो सकती है और रिपल्शन भी बट इत्थे इंटरैक्शन जी है लीगन्स जोड़े नैगेटिवली चार्ज लीगन आ उन्हों दी इंटरैक्शन विद द डी ऑर्बिटल ऑफ पेनल्टीमेट शैल और वैलेंस शैल ऑफ द ट्रांजिशन मैटल आयन उन्हों के इलैक्ट्रॉन डी ऑर्बिटल डी ऑर्बिटल ऑफ ट्रांजिशन मैटल आयन वो डी ऑर्बिटल जहाँ पेनल्टीमेट होएगा या वैलेंस शैल का होएगा उस ट्रांजिशन मैटल एटम दे और आयन दे डी ऑर्बिटल इधर इट इज़ पेनल्टीमेट बिलोंग टू पेनल्टीमेट शैल और वैलेंस शैल ओ डी इलैक्ट्रॉन्स जोड़े आ डी ऑर्बिटल इलैक्ट्रॉन्स इंटरैक्ट करोगे विद द अप्रोचिंग लाइगन जे वो नैगेटिवली चार्ज है तो आयन आयन इंटरैक्शन होनी है ठीक है जी केड़ी होनी है आयन आयन इलैक्ट्रोस्टैटिक इंटरैक्शन ठीक है जी इफ द लिगेंड्स आर नेगेटिवली चार्ज then the interaction जी है attraction इत्थे interaction बेटा मनना attraction between transition metal ion and ligands will be ion interaction ठीक है बेटा फॉर एग्जाम्पल मैं एक कंपलैक्स ले लैनी है कंपलैक्स आयन हैग्जा फ्लोरो कोवोल्टेट 3 आयन इत्थे कोवोल्ट 3 ऑक्सीडेशन स्टेट च कैटायन हो गया आयन हो गया यदी इंटरैक्शन नैगेटिव चार्ज लाइगन है ये भी आयन हो गया सो इंटरैक्शन आयन आयन इंटरैक्शन होगी क्लीयर है बेटा हुण आपां गल करनी है कि if the ligands are neutral means वो कैरी तो कर रहे लोन पेयर ऑफ इलेक्ट्रॉन बट चार्ज नहीं है आर न्यूट्रल लाइगन न्यूट्रल फॉर एग्जांपल वाटर हो गया और सेंट्रल एटम ऑक्सीजन ते 2 लोन पेयर पे अमोनिया हो गया ठीक है बेटा इथिलीन डायमीन हो गया सॉरी डाईअमीन NH2 CH2 NH2 ये 2 कोऑर्डिनेट बॉन्ड बना सकता ठीक है सो बाइडेंडेड है तो ये न्यूट्रल लाइगेंस है तो इंटरैक्शन जी है इफ द लाइगेंस आर न्यूट्रल देन इंटरैक्शन दैट इज बॉन्डिंग बिटवीन इंटरैक्शन बिटवीन ट्रांजिशन मेटल आयन वो कैटायन मनना एंड न्यूट्रल लाइगेंड इज आयनिक आयन हो गया ना कैटायन ट्रांजिशन मेटल आयन डायपोल इंटरैक्शन बेटा थानू हुण डायपोल पता डाई मीनस 2 डायपोल 2 वर्ड्स का बने डाई पोल मीन एंड डाई मीनस 2 पोल मीन एंड मीनस इत्थे चार्जेस ऑपोजिट चार्जेस पॉजिटिव नैगेटिव चार्ज जोड़े 2 एंड ऑफ हमेशा कभी भी यूनिवर्स कोई भी यूनीपोल नहीं है सो डाईपोल है तो यदा मतलब फिर की हो गया कि ये जड़ियाँ इंटरैक्शनस ने ओबवियसली डाईपोल इंटरैक्शन होनी है सानू पता वाटर नू अगर मैं लवां वाटर जोड़ा बेटा लिता तो इन्वर्टेड वी शेप जोमैट्री होंगी है इन्वर्टेड वी शेप है ना वाटर की तो
ਇਹ ਵਾਟਰ ਦੇ ਵਿੱਚ ਤੁਹਾਨੂੰ ਪਤਾ ਕਿ ਇਹ ਬੌਂਡ ਜਿਹੜਾ ਕੋਵਲੈਂਟ ਬੌਂਡ ਵਿੱਚ ਆਇਨਿਕ ਕਰੈਕਟਰ ਆਇਆ ਹੋਇਆ ਕਿੱਦਾਂ ਬੇਟਾ, ਇਲੈਕਟ੍ਰੋਨ ਐਕਟੀਵਿਟੀ ਆਕਸੀਜਨ ਦੀ ਜ਼ਿਆਦਾ, ਹਾਈਡਰੋਜਨ ਦੀ ਘੱਟ ਹੈ, ਇਹਦੀ 2.1 ਤੇ ਇਹਦੀ ਇਹਦੀ ਹੋਏਗੀ 3.5। ਠੀਕ ਆ, ਤਾਂ ਇਲੈਕਟ੍ਰੋਨ ਐਕਟੀਵਿਟੀ ਡਿਫਰੈਂਸ ਐਗਜ਼ਿਸਟ ਕਰਦਾ ਆ। ਹਾਈਡਰੋਜਨ ਤੇ ਫਿਰ ਸਲਾਈਡ ਪੋਜ਼ੀਟਿਵ ਚਾਰਜ ਆਣਾ, ਇੱਥੇ ਸਲਾਈਡ ਨੈਗੇਟਿਵ। ਠੀਕ ਆ, ਇੱਕ ਹੋ ਗਿਆ, ਇੱਥੇ ਵੀ ਸਲਾਈਡ ਪੋਜ਼ੀਟਿਵ ਤੇ ਇੱਥੇ ਫਿਰ ਸਲਾਈਡ ਨੈਗੇਟਿਵ ਚਾਰਜ ਮਾਈਨਸ, ਸੋ ਡੈਲਟਾ -2 ਹੋ ਜਾਣਾ, ਵੈਸੇ ਇੱਕ ਹੀ ਲਿਖਦੇ ਆ। ਠੀਕ ਆ, ਸੋ ਪੋਜ਼ੀਟਿਵ ਨੈਗੇਟਿਵ ਚਾਰਜ ਡਿਵੈਲਪ ਹੋ ਜਾਂਦੇ ਆ, ਪੋਲਸ ਡਿਵੈਲਪ ਹੋ ਜਾਂਦੇ ਆ। ਹੁਣ ਕੈਟਾਇਨ ਦੇ ਨਾਲ ਕੌਣ ਇੰਟਰੈਕਟ ਕਰੇਗਾ? ਇਹ ਅਗਰ ਟ੍ਰਾਂਜੀਸ਼ਨ ਮੈਟਲ ਆ ਕੋਈ ਆਪਾਂ ਲਈਏ ਹੈ ਨਾ, ਸੇ ਕੋਬਾਲਟ ਹੀ ਲਈਏ 3 ਪੋਜ਼ੀਟਿਵ ਹੈ ਨਾ, ਤਾਂ ਉਹ 3 ਪੋਜ਼ੀਟਿਵ ਤਾਂ ਉਹ ਇੰਟਰੈਕਟ ਕਰੇਗੀ ਇਹ ਨੈਗੇਟਿਵ ਐਂਡ ਆਫ ਦਾ ਡਾਈਪੋਲ ਨਾਲ। ਦਿਸ ਇਜ਼ ਡਾਈਪੋਲ। ਠੀਕ ਆ, ਦਿਸ ਇਜ਼ 2 ਐਂਡਸ ਆਫ ਅ ਬੌਂਡ ਅਗਰ ਚਾਰਜ ਡਿਵੈਲਪ ਹੋ ਜਾਂਦੇ ਆ, ਸੋ ਆਇਨ ਡਾਈਪੋਲ ਇੰਟਰੈਕਸ਼ਨ ਹੋਏਗੀ। ਇਹਦੇ ਲਈ ਐਗਜ਼ਾਮਪਲ ਲੈ ਸਕਦੇ ਬੇਟਾ ਆਪਾਂ ਆਇਨ, ਇੱਕ ਕੋਆਰਡੀਨੇਟ ਕੰਪਲੈਕਸ ਆਇਨ ਦੀ, ਕਟਾਇਨ ਦੀ, ਦੈਟ ਇਜ਼ ਹੈਗਜ਼ਾਅਮਾਈਨ ਕੋਬਾਲਟ 3 ਆਇਨ। ਠੀਕ ਆ ਜੀ, ਇੱਥੇ ਕੋਬਾਲਟ 3 ਜਿਹੜਾ ਆ ਉਹ ਕਟਾਇਨ ਆ, ਟ੍ਰਾਂਜੀਸ਼ਨ ਮੈਟਲ ਆਇਨ ਆ ਬੇਟਾ, ਤੇ ਅਮੋਨੀਆ ਡਾਈਪੋਲ ਆ। ਅਮੋਨੀਆ ਨੂੰ ਮੈਂ ਖੋਲ ਕੇ ਵੀ ਲਿਖ ਸਕਦੀ ਹਾਂ ਬੇਟਾ, ਇੱਥੇ -3 ਆਉਣਾ ਚਾਹੀਦਾ ਚਾਰਜ, ਇੱਥੇ +1 ਤੇ ਇੱਥੇ +1 ਤੇ ਇੱਥੇ ਇਕੱਲਾ -1 ਥੋੜ੍ਹੀ ਹੋਣਾ, ਇਹਨੂੰ ਜਸਟੀਫਾਈ ਕਰਨ ਲਈ -3 ਹੋਣਾ, ਬਟ ਬੁੱਕ ਦੇ ਵਿੱਚ -1 ਹੀ ਲਿਖਦੇ ਆ। ਸੋ ਇਹਦੀ ਇੰਟਰੈਕਸ਼ਨ ਇਹਦੇ ਨਾਲ ਹੋਣੀ ਹੈ, ਸੋ ਉਹ ਇੰਟਰੈਕਸ਼ਨ ਜਿਹੜੀ ਆਇਨਿਕ ਹੋਣੀ ਹੈ, ਕਲੀਅਰ ਆ, ਜਾਂ ਇਲੈਕਟ੍ਰੋਸਟੈਟਿਕ ਹੋਣੀ ਹੈ। ਹੁਣ ਇਹਦਾ ਸੈਂਟਰਲ ਆਈਡੀਆ ਇਸ ਥਿਊਰੀ ਦਾ ਇਹ ਆ ਕਿ ਮੇਨ ਆਈਡੀਆ, ਸੈਂਟਰਲ ਆਈਡੀਆ of crystal field theory is that the electrons obviously of d orbital of the matter, electrons of d orbitals of transition metal ion in the environment of approaching ligand है ना, न्यूट्रल और नेगेटिवली चार्ज लाइगेंड की हो जाता बेटा, जो लाइगेंड अप्रोच कर रहे हैं, नेड़े आ रहे हैं, तो इलैक्ट्रॉन जिहड़े आ ऑफ डी ऑर्बिटल ऑफ द ट्रांजिशन मैटल आयन वो की हो जाते हैं बेटा, आर अफेक्टेड बाय नॉन स्फेरिकल अनइक्वल नॉन स्फेरिकल इलेक्ट्रिक फील्ड बेटा, लाइगेंड्स की या नेगेटिवली चार्ज या न्यूट्रल कैरिंग लोन पेयर ऑफ इलेक्ट्रॉन, तो की प्रोड्यूस करोगे इलेक्ट्रिक फील्ड बाय आर अफेक्टेड बाय नॉन स्फेरिकल इलेक्ट्रिक फील्ड एस्टेब्लिश्ड by the surrounding neutral ligands, by the obviously lone pair of electron, lone pair Ln, lone pair of electrons of neutral ligands or negatively charged ligands. ठीक है जी, and this electric field that was the electric field was called
crystalline theory, crystalline field. Nowadays it is called crystal field. But nowadays ਜਿਹੜੀ ਇਲੈਕਟ੍ਰਿਕ ਫੀਲਡ ਪ੍ਰੋਡਿਊਸ ਕੀਤੀ ਹੈ ਨਿਊਟਰਲ ਲਾਈਗਨ ਜਾਂ ਨॉन ਸਫੈਰਿਕਲ ਇਲੈਕਟ੍ਰਿਕ ਫੀਲਡ ਪ੍ਰੋਡਿਊਸ ਕੀਤੀ ਹੈ ਬਾय द लोन पेयर इलेक्ट्रॉन ऑफ द न्यूट्रल लाइगेंड और द नेगेटिवली चार्ज लाइगेंड अराउंड द d electron of the transition metal atom or ion. But nowadays it is called क्रिस्टल फील्ड. ਕਿਹਦੀ ਹੁੰਦੀ ਹੈ क्रिस्टल फील्ड? ਲਾਈਗਨ ਸੀ. ठीक है, and this is responsible for the name crystal field theory. एक बार फिर देख लिए कि सेंट्रल आइडिया ऑफ क्रिस्टल फील्ड थ्योरी इज दैट द इलेक्ट्रॉन ऑफ द d orbitals of the transition metal ions in the environment of neutral or negatively charged ligands are affected by the non-spherical electric field produced or established by the surrounding lone pair electron of neutral ligands or negatively charged ligands, and that is called that electric field is called crystalline field. Nowadays it is called crystal field, obviously of the ligand. This is responsible for the name of the theory. थेरी भी कह देंगे क्रिस्टल फील्ड थेरी. क्लीयर है बेटा? ਹੁਣ ਮੈਂ ਤੁਹਾਨੂੰ ਅਜੰਪਸ਼ਨ ਕ੍ਰਿਸਟਲ ਫੀਲਡ ਥਿਊਰੀ ਦੀਆਂ ਮੇਨ ਪੁਆਇੰਟ ਕੀ ਆ ਜਾਂ ਮੇਨ ਥਿਊਰੀ ਕ੍ਰਿਸਟਲ ਫੀਲਡ ਥਿਊਰੀ ਦਾ ਮੇਨ ਬੇਸਿਕ ਆਈਡੀਆ ਕੀ ਆ ਉਹਨੂੰ ਡਿਟੇਲ ਦੇ ਵਿੱਚ ਤੁਹਾਨੂੰ ਮੈਂ ਦੱਸ ਦੇਣਾ ਹੈ. ਹੁਣ ਦੇਖੋ ਬੇਟਾ ਕ੍ਰਿਸਟਲ ਫੀਲਡ ਬੇਸਿਸ ਆਫ ਕ੍ਰਿਸਟਲ ਫੀਲਡ ਥਿਊਰੀ ਕੀ ਆ ਕਿ ਬੇਸਿਕ ਅਜੰਪਸ਼ਨਸ ਜਿਹੜੀਆਂ ਆਫ ਕ੍ਰਿਸਟਲ ਫੀਲਡ ਥਿਊਰੀ ਕੀ ਆ कि transition metal atom or ion is surrounded by the ligands with lone pair of electron or negatively charged. All type of ligands are regarded as point charges act करोगे. Ligands may be either ionic ਜਿੱਦਾਂ ਕਿ fluoride, chloride, cyanide, और molecules neutral molecules such as water. ਇਹਦੇ ਤੇ ਆਕਸੀਜਨ ਤੇ 2 ਲੋਨ ਪੇਅਰ ਹੋਣੇ ਆ, ਅਮੋਨੀਆ ਨਾਈਟ੍ਰੋਜਨ ਤੇ ਇਹਦੇ ਸੈਂਟਰਲ ਐਟਮ ਤੇ 1 ਲੋਨ ਪੇਅਰ, ਕਾਰਬਨ ਮੋਨੋਆਕਸਾਈਡ ਇਹਨੂੰ ਕਾਰਬੋਨਿਲ ਬਣਾ ਦੇਣਾ ਇਹਨੇ. ਇਫ ਦ ਲਾਈਗੈਂਡ ਇਜ਼ ਨਿਊਟਰਲ ਮੋਲੀਕਿਊਲ the negative end of the dipole is oriented towards the metal ion. ਇਹ ਮੈਂ ਤੁਹਾਨੂੰ ਐਕਸਪਲੇਨ ਕਰ ਚੁੱਕੀ ਹਾਂ ਬੇਟਾ. ਦੇਖੋ ਆਹ ਅਮੋਨੀਆ ਜਿਹੜਾ ਪਿਰਾਮਿਡਲ ਸ਼ੇਪ ਹੁੰਦੀ ਆ, ਅਗਰ ਇਹ ਟ੍ਰਾਂਜੀਸ਼ਨ ਮੈਟਲ ਆਇਨ ਆ ਕੋਈ ਤਾਂ ਇਹਦਾ ਨੈਗੇਟਿਵ ਐਂਡ ਜਿਹੜਾ ਉਹ ਇੰਟਰੈਕਟ ਕਰੇਗਾ ਵਿਦ ਦ ਟ੍ਰਾਂਜੀਸ਼ਨ ਮੈਟਲ ਆਇਨ. ਸੋ if the ligand is neutral molecule, the molecule having negative partial negative charge on for example the negative end of the dipole. एक मिनट द्वारा बेटा, अगर ligand ਜਿਹੜਾ ਆ neutral molecule ਆ then the negative end of the dipole is oriented towards the metal ion. ਤਾਂ ਅਮੋਨੀਆ ਆ ਨਾ, ਅਮੋਨੀਆ ਦੇ ਵਿੱਚ ਨੈਗੇਟਿਵ ਚਾਰਜ ਨਾਈਟ੍ਰੋਜਨ ਤੇ ਹੋਣਾ ਕਿਉਂਕਿ ਮੋਰ ਇਲੈਕਟ੍ਰੋਨੈਗੇਟਿਵ ਆ, ਹਾਈਡਰੋਜਨ ਪੋਜ਼ਿਟਿਵ ਸਲਾਈਡ ਪੋਜ਼ਿਟਿਵ ਚਾਰਜ ਹੋਣਾ ਤੇ ਇਹ ਡਾਈਪੋਲ ਜਿਹੜਾ ਇੱਦਾਂ ਇੰਟਰੈਕਟ ਕਰੇਗਾ ਕਿ ਇਹ ਓਰੀਐਂਟੇ ਕਿੱਧਰ ਮੂਵ ਕਰ ਜਾਏਗਾ ਨੈਗੇਟਿਵ ਐਂਡ ਟੂਵਰਡ ਦਾ ਟ੍ਰਾਂਜੀਸ਼ਨ ਮੈਟਲ ਆਇਨ. ਠੀਕ ਆ ਜੀ, ਉਹ ਇੰਟਰੈਕਟ ਕਰੇਗਾ ਤਾਂ ਆਇਨ ਡਾਈਪੋਲ ਇੰਟਰੈਕਸ਼ਨ ਹੋ ਜਾਣੀ ਆ ਔਰ ਉਹ 100% ਕੀ ਹੋਣੀ ਆ ਆਇਨਿਕ ਜਾਂ ਇਲੈਕਟ੍ਰੋਸਟੈਟਿਕ. ਜੇ ਬੇਟਾ ਇੱਦਾਂ ਹੀ ਵਾਟਰ ਦੀ ਐਗਜ਼ਾਮਪਲ ਲੈ ਸਕਦੇ ਹਾਂ ਕਿ ਟ੍ਰਾਂਜੀਸ਼ਨ ਮੈਟਲ ਆਇਨ ਦੀ ਤਰਫ ਇੰਟਰੈਕਟ ਕਰ ਜਾਏਗਾ ਤਾਂ ਨੈਗੇਟਿਵ ਅਗਰ ਟ੍ਰਾਂਜੀਸ਼ਨ ਮੈਟਲ ਆਇਨ ਤੇ ਚਾਰਜ ਜਿਹੜਾ ਐਨ ਪੋਜ਼ਿਟਿਵ ਆ ਤਾਂ ਨੈਗੇਟਿਵ ਚਾਰਜ ਆਫ ਆਕਸੀਜਨ ਨੈਗੇਟਿਵ ਐਂਡ ਆਫ ਡਾਈਪੋਲ ਆਫ ਵਾਟਰ ਆਕਸੀਜਨ ਵਿਲ orient towards the metal ion. ठीक है जी. Interaction between the metal ion and the negative end of the anion is purely electrostatic, purely ionic. Bond between the metal and ligand is considered 100% ionic. The ligand surrounding the metal ion
ਲਾਈਗੈਂਸ ਜਿਹੜੇ ਸਰਾਊਂਡ ਕਰੂਗੇ ਮੈਟਲ ਆਇਨ ਨੂੰ, ਟ੍ਰਾਂਜੀਸ਼ਨ ਮੈਟਲ ਆਇਨ ਨੂੰ, ਪ੍ਰੋਡਿਊਸ ਕਰੂਗੇ ਇਲੈਕਟ੍ਰਿਕ ਫੀਲਡ। ਇਲੈਕਟ੍ਰਿਕ ਫੀਲਡ ਜਿਹੜੀ ਆ ਉਹ ਕੀ ਨਹੀਂ ਹੁੰਦੀ, ਇਕੁਅਲ ਨਹੀਂ ਹੁੰਦੀ। ਹਾਈਪੋਥੈਟੀਕਲੀ ਆਪਾਂ ਮੰਨ ਲੈਂਦੇ ਹਾਂ ਸਫੈਰੀਕਲ ਹੁੰਦੀ ਹੈ, ਇੱਕ ਡਿਸਟੈਂਸ ਤੱਕ ਜਦੋਂ ਲਾਈਗੈਂਡ ਅਪਰੋਚ ਕਰਦੇ ਆ ਇਕੁਅਲੀ ਫਰਮ ਇਕੁਅਲ ਡਿਸਟੈਂਸ 'ਤੇ ਰਹਿੰਦੇ ਆ ਉਹ ਡੀ ਬਲੋਕ ਐਲੀਮੈਂਟ ਦੇ, ਆਈ ਮੀਨ ਟੂ ਸੇ ਟ੍ਰਾਂਜੀਸ਼ਨ ਮੈਟਲ ਆਇਨ ਦੇ ਡੀ ਆਰਬਿਟਲ ਦੀ ਤਰਫ ਜਦੋਂ ਲਾਈਗੈਂਡਸ ਅਪਰੋਚ ਕਰਦੇ ਆ ਤਾਂ ਉਹ ਕੀ ਕਰਦੇ ਆ, ਜੇ ਇਕੁਅਲੀ ਡਿਸਟੈਂਸ 'ਤੇ ਰਹਿੰਦੇ ਆ ਤਾਂ ਉਹ ਇਕੁਅਲੀ ਰਿਪੈਲ ਕਰੂਗੇ ਤਾਂ ਉਹ ਇਲੈਕਟ੍ਰੀਕਲ ਫੀਲਡ ਜਿਹੜੀ ਪ੍ਰੋਡਿਊਸ ਕਰੂਗੇ ਉਹ ਸਫੈਰੀਕਲ ਹੋਏਗੀ। ਦੈਟ ਇਟ ਕੈਨ ਬੀ ਓਨਲੀ ਹਾਈਪੋਥੈਟੀਕਲ ਵਨ not possible in practice। ਸੋ ਓਬਵੀਅਸਲੀ ਆਪਾਂ ਮੰਨ ਕੇ ਚੱਲਾਂਗੇ ਕਿ ਉਹ ਇੱਕ ਸਟੇਜ ਆਉਂਦੀ ਆ ਉੱਥੇ ਹੁੰਦੇ ਆ, ਉਸ ਤੋਂ ਬਾਅਦ ਜਿਹੜੀ ਉਹ ਡੀ ਆਰਬਿਟਲਸ ਦੀ ਡੀਜਨਰੇਸੀ ਜਿਹੜੀ ਆ ਵਟ ਆ ਡੀਜਨਰੇਟ ਆਰਬਿਟਲ ਵਿਚ ਹੈਵਿੰਗ ਡੀ ਆਰਬਿਟਲਸ ਜਾਂ ਪੀ ਐਸ ਨੂੰ ਛੱਡ ਕੇ ਪੀ ਡੀ ਐਂਡ ਐਫ ਆਰਬਿਟਲ ਜਿਹੜੇ ਆ ਹੈਵਿੰਗ set of orbital having same energy and they are called degenerate orbital. A set of orbital which having same energy are called degenerate orbital। ਤਾਂ ਡੀਜਨਰੇਸੀ ਇਹਨਾਂ ਦੀ ਜਿਹੜੀ ਆ ਓਬਵੀਅਸਲੀ ਇੱਕ ਹਾਈਪੋਥੈਟੀਕਲ ਪੁਆਇੰਟ ਆਉਣ ਤੋਂ ਬਾਅਦ ਜਿਹੜੀ ਆ ਓਬਵੀਅਸਲੀ ਉਹ ਜਦੋਂ ਇਲੈਕਟ੍ਰੋਨ ਅਪਰੋਚ ਕਰੂਗੇ, ਆਈ ਮੀਨ ਟੂ ਸੇ ਲਾਈਗੈਂਡਸ ਅਪਰੋਚ ਕਰੂਗੇ, ਚਾਹੇ ਨਿਊਟਰਲ ਆ ਚਾਹੇ ਉਹ ਕੀ ਨੇ ਨੈਗੇਟਿਵਲੀ ਚਾਰਜ ਇੱਕ ਟ੍ਰਾਂਜੀਸ਼ਨ ਮੈਟਲ ਆਇਨ ਦੀ ਤਰਫ, ਤਾਂ ਓਬਵੀਅਸਲੀ ਉਹ ਇੱਕ ਪ੍ਰੋਪਰ ਡਿਸਟੈਂਸ 'ਤੇ ਹੈ ਨਾ ਉਹ ਇੰਟਰੈਕਟ ਇਨ ਸੱਚ ਏ ਵੇ ਕਰੂਗੇ ਕਿ ਉਹ ਡੀ ਆਰਬਿਟਲ ਦੀ ਡੀਜਨਰੇਸੀ ਨੂੰ ਲੋਸ ਨਹੀਂ ਕਰੂਗੇ, ਉਹਨਾਂ ਨੂੰ ਰੇਜ਼ ਕਰ ਦੋਗੇ। ਮਤਲਬ ਓਬਵੀਅਸਲੀ ਜਦੋਂ ਸਮ ਰਿਪਲਸ਼ਨ ਹੋਈ ਹੈ ਤਾਂ ਪੋਟੈਂਸ਼ੀਅਲ ਐਨਰਜੀ ਜਾਂ ਐਨਰਜੀ ਵਧਣੀ ਹੈ, ਬਟ ਐਨਰਜੀ ਵੱਧ ਗਈ, ਉਸ ਤੋਂ ਬਾਅਦ ਉਹ ਹੋਰ ਜ਼ਿਆਦਾ ਨੇੜੇ ਆਓਗੇ ਤਾਂ ਇਲੈਕਟ੍ਰਿਕ ਫੀਲਡ ਜਿਹੜੀ ਆ ਜਾਂ ਕ੍ਰਿਸਟਲ ਫੀਲਡ ਪ੍ਰੋਡਿਊਸ ਬਾਏ ਦਾ ਲਾਈਗੈਂਡਸ ਜਿਹੜੀ ਆ ਉਹ ਸੇਮ ਨਹੀਂ ਰਹਿਣੀ, ਉਹ ਅਨਸਫੈਰੀਕਲ ਮਤਲਬ ਨੋਨ ਸਫੈਰੀਕਲ ਹੋ ਜਾਣੀ ਹੈ, ਯੂਨੀਫਾਰਮ ਨਹੀਂ ਰਹਿਣੀ। ਤਾਂ ਓਬਵੀਅਸਲੀ ਦੇਰ ਵਿਲ ਬੀ ਦਾ ਸਪਲਿਟਿੰਗ ਆਫ ਦਾ ਡੀਜਨਰੇਸੀ ਆਫ ਦਾ ਡੀ ਆਰਬਿਟਲ ਆਫ ਦਾ ਟ੍ਰਾਂਜੀਸ਼ਨ ਮੈਟਲ atom or ion and that will be the response that degeneracy ਜਿਹੜੀ lost ਹੋਣੀ ਹੈ, that is called crystal field splitting of the degenerate orbital d orbitals of the transition metal under the influence of the approaching neutral or negatively charged ligand। ਉਹਦੇ ਨਾਲ ਬੇਟਾ ਫਿਰ ਕੀ ਹੋਣਾ, ਉਹ ਜਿਹੜੀ crystal field ਉਹ ਜਿਹੜੀ ਹੈ d orbital ਜਿਹੜੇ ਹੈ different set of orbitals ਡਿਵਾਈਡ ਹੋ ਜਾਣੇ, ਸਪਲਿਟ ਹੋ ਜਾਣੇ ਆ, ਜਿਨ੍ਹਾਂ ਦੀ ਐਨਰਜੀ ਕੀ ਹੋਣੀ ਹੈ ਡਿਫਰੈਂਟ ਹੋਣੀ ਹੈ ਉਹਨਾਂ ਸੈੱਟ ਆਫ ਆਰਬਿਟਲਸ ਦੀ। ਇੰਨਾ ਕਲੀਅਰ ਆ। ਸੋ in case of free metal ion all the 5d orbital have the same energy and these orbitals having same energy are called degenerate orbital। कई बार एक नंबर च आ जाता बेटा। this means that an electron can occupy any one of the 5d orbital। d orbital ਕਿਹੜੇ ਸੀ dx y dy z dzx gx square minus y square and dz square, ਤਾਂ ਉਹਨਾਂ ਦੀ એનર્ਜੀ ਇਕੁਅਲ ਹੋਣੀ ਹੈ, ਤਾਂ ਉਹਨਾਂ ਵਿੱਚੋਂ ਇੱਕ ਇਲੈਕਟ੍ਰੋਨ ਕਿਸੇ ਇੱਕ ਵਿੱਚ ਵਿਦ ਇਕੁਅਲ ਏਜ ਜਾ ਸਕਦਾ ਇਲੈਕਟ੍ਰੋਨ। ਹੋਐਵਰ ਇਹ ਜਦੋਂ ਫ੍ਰੀ ਮੈਟਲ ਆਇਨ ਆ ਹੈ ਨਾ, ਜਿੱਦਾਂ ਮੈਟਲ ਆਇਨ ਆ, ਹੋਐਵਰ ਔਨ ਦਾ ਅਪਰੋਚ ਆਫ ਦਾ ਲੀਗੈਂਸ ਦੇ ਮੇ ਬੀ ਨੈਗੇਟਿਵਲੀ ਔਰ ਪੋਜ਼ਿਟਿਵਲੀ ਨੈਗੇਟਿਵਲੀ ਔਰ ਨਿਊਟਰਲ, ਤਾਂ ਜਦੋਂ ਅਪਰੋਚ ਕਰੂਗਾ ਲੀਗੈਂਸ ਤਾਂ ਦੇ ਆਰ ਰਿਪੈਲਡ ऑर्बिटल इलेक्ट्रॉन ਜਿਹੜੇ डी ऑर्बिटल ਜਿਹੜੇ इलेक्ट्रॉन ਆ ऑर्बिटल इलेक्ट्रॉन mean d orbital electron generally will be repelled by the lone pair of the ligands approaching ligand। repulsion will raise the energy of the d orbitals if all the ligand approaching the central transition metal ion are at equal distance from each of the d orbital। energy of each orbital will be increased by the same amount, therefore these orbital will still remain degenerate but they will have higher energy than before। ਜਿੱਦਾਂ ਬੇਟਾ ਹੁਣ ਮੈਂ ਇੱਕ ਐਗਜ਼ਾਮਪਲ ਲਵਾਂ, ਆਇਆ ਕੋਈ ਟ੍ਰਾਂਜੀਸ਼ਨ ਮੈਟਲ ਆਏ ਹੈ ਨਾ, ਉਹਦੇ ਮੈਂ ਵੈਲੈਂਸ ਸ਼ੈਲ ਦੇ ਡੀ ਆਰਬਿਟਲ ਲੈਣੀ ਹੈ, ਟ੍ਰਾਂਜੀਸ਼ਨ ਮੈਟਲ ਆਇਨ M N ਪੋਜ਼ੀਟਿਵ 5 ਡੀ ਆਰਬਿਟਲ, ਉਹਨੂੰ ਬੇਟਾ ਬਾਕਸ ਦੇ ਵਿੱਚ ਸਕੁਏਅਰ ਦੇ ਵਿੱਚ ਜਾਂ ਫਿਰ ਆਪਾਂ ਸਰਕਲ ਦੇ ਫਾਰਮ 'ਚ ਲਿਖਦੇ ਹਾਂ। ਇਹਨਾਂ ਦੀ ਡੀਜਨਰੇਸੀ ਸੇਮ ਹੈ, ਫ੍ਰੀ ਆਏ ਨਾ, ਕਲੀਅਰ। ਡੀ ਆਰਬਿਟਲ dx y dy z dzx gx square minus y square and dz square। ਠੀਕ ਹੈ ਬੇਟਾ। ਜਦੋਂ ਲਾਈਗੈਂਡਸ ਅਪਰੋਚ ਕੀਤੇ ਸੇ 6 ਲਾਈਗੈਂਡ ਅਪਰੋਚ ਕੀਤੇ ਇਕੁਅਲੀ, ਇਹਨਾਂ ਤੋਂ ਇਕੁਅਲੀ ਡਿਸਟੈਂਸ ਰਹੇ, ਤਾਂ ਉਹਨਾਂ ਨੇ ਰਿਪੈਲ ਕੀਤਾ ਇਹਨਾਂ ਨੂੰ ਇਕੁਅਲੀ ਔਰ ਉਹਨਾਂ ਦੀ ਐਨਰਜੀ ਰੇਜ਼ ਹੋਈ ਫਿਰ ਇਕੁਅਲੀ। ਹੁਣ ਜਦੋਂ ਲਾਈਗੈਂਡਸ ਅਪਰੋਚ ਕਰ ਰਿਹਾ, ਵੈਨ 6 ligands approaching towards this transition metal ion,
प्लीज़ तुसी पूरा लिखना पेपर दे विच, ठीक है। ट्रांजिशन मैटल आयन की तरफ अप्रोच करोगे तो इक्वली अप्रोच कर रहा, इक्वली रिपेल कर रहा, इक्वल डिस्टेंस है ना। डी इलैक्ट्रॉन ऑफ द ट्रांजिशन मैटल आयन अंडर कंसीडरेशन, तो उन्होंने एनर्जी जी है इक्वली रिपेल होया तो एनर्जी उन्नी वध गई, इक्वली और डीजनरेट रहे, डीजनरेसी जी है लॉस नहीं हुई। उस तो बाद जो ज़्यादा नेड़े आओगे तो मतलब ये ऑक्टाहाइडल फील्ड हो गई बेटा 6, अगर कोऑर्डिनेशन नंबर 6 है, लाइगन 6 अप्रोच कर रहा तो वो डीजनरेसी नूं आह बेरी सेंटर कहने कि आह जी एनर्जी रेज की इनू कहने बेरी सेंटर, वेरी सेंटर। हुण बेटा ये 2 सैट ऑफ ऑर्बिटल से स्प्लिट कर दूगा, तो फरदर ज़्यादा नेड़े लाइगन 6 आओगे है ना इन्हां दे, तो वो डी ऑर्बिटल नूं स्प्लिट कर दोगे इनटू 2 सैट ऑफ ऑर्बिटल। और 2 सैट ऑफ ऑर्बिटल किहड़े हो गए T2G एंड EG। T2G बेटा G फॉर जरेड, इक्वलिटी, वेव फंक्शन इक्वली डिस्ट्रीब्यूटर, इक्वल डिस्ट्रीब्यूशन, G फॉर जरेड, G जरेड, ठीक है जी। यह इक्वली डिस्ट्रीब्यूशन, ठीक है जी। वेव फंक्शन जोड़ा गल करांगे, वेव फंक्शन अनचेंज रहिंदा जो रोटेशन होंदी है। ये तुसी ग्रुप थ्योरी दे विच MSc अगर करोगे तो थानू तां पता होगा। तो जो असी ऑक्टाहाइडल ज्योमैट्री की गल करनी है, 6 लाइगन अप्रोच करोगे तो उत्थे टर्म आपां G यूज़ करनी ही करनी है बेटा। आपां कहने सबस्क्रिप्ट है ना, नीचे सबस्क्रिप्ट, ऊपर सुपर स्क्रिप्ट हुंदा, जिद्दां आ की है इत्थे सुपर स्क्रिप्ट लैफ्ट भी हो सकती है, इनू कहने सुपर स्क्रिप्ट, इनू कहने सब स्क्रिप्ट, ठीक है। लैफ्ट हैंड साइड भी इदा ही तो राइट हैंड साइड भी इदा ही, ठीक है। तो आह आप सब स्क्रिप्ट T स्मॉल T2G जोड़ा है सुपर सब स्क्रिप्ट लिखना T2G, ठीक है जी, स्मॉल लेटर। जरेड इक्वल है ना, वेव फंक्शन चेंज नहीं होंदा जो रोटेशन होंदी है अबाउट एन एक्सिस, क्लीयर है। वेव फंक्शन चेंज ना होवे तो T2G ऑर्बिटल जो ट्रिपली डी जनरेट होएगा, ट्रिपली डी जनरेट कि 3 ऑर्बिटल ये होणगे जिन्हां दी एनर्जी सेम होगी, ट्रिपली डी जनरेट, ठीक है। वो किहड़े हो गए DXY, DYZ एंड DZX, जिन्हां दे ऑर्बिटल की करदे बेटा लॉब्स जड़ियां इन्हां दियां लॉब्स लाई इन बिटवीन द एक्सिस XY Z एक्सिस के इन बिटवीन लाई कर दियाँ लोब्स, DXY DYZ और ट्रिपली डी जनरेट होगी, उसकी एनर्जी लोअर होएगी, लोअर एनर्जी होएगी। तो EG जो डबली G जनरेट होना, E पा के बेटा E पा के वो सबस्क्रिप्ट G पाया, ये डबली डी जनरेट होएगा, ठीक है। G जरेड इक्वल है ना, रोटेशन के दौरान वेव फंक्शन अनचेंज रहेगा, डबली डी जनरेट हो जाएगा, डी जनरेट, ठीक है, स्पेलिंग देख लियो। और डबली डी जनरेट मतलब ये देखो 2 D ऑर्बिटल हो गए, किहड़े बेटा DX² माइनस Y² एंड DZ², इन्हां दी एनर्जी हायर होएगी इन ऑक्टाहाइडल फील्ड जो कोऑर्डिनेशन नंबर 6 है, जो 6 लाइगन अप्रोच करते एक ट्रांजिशन मैटल हाई एनर्जी होगी, क्लीयर। पर इन्होंने दोवां की आपस में डी जनरेट हो गई, ठीक है, डबली डी जनरेट, इन्ना क्लीयर है। तो बेटा बेरी सेंटर हुण मेनटेन करना, टोटल D ऑर्बिटल सी 5, ठीक है। T2G दे विच किन्ने आ गए, T2G ऑर्बिटल च 3 आए ऑर्बिटल है ना, 3। EG दे विच किन्ने आए 2, ठीक है। हुण आपां रेशो लैनी है, ठीक है। तो यदि 3/5 एक इलैक्ट्रॉन की एनर्जी जो T2G सैट ऑफ ऑर्बिटल से जाऊगा, हंड्स रूल ऑफ मैक्सिमम मल्टीप्लिसिटी अप्लाई इत्थे भी होना बेटा, ट्रिपली डी जनरेट आ तो ओबीअसली पहला एक इलैक्ट्रॉन आ तो एक ऑर्बिटल च जाएगा, तिन्ना विचों एक च चला जाएगा, दूजा जिहड़ा फिर एक दे विच जाण तो बाद दूजे च जाएगा बट विद पैरेलल स्पिन, उस तो बाद तीजा जिहड़ा वो पैरेलल स्पिन च तीजे च जाएगा क्योंकि 3 D ऑर्बिटल आ, इदां क्लीयर है। हुण बेटा T2G 3/5 हो गया, ठीक है। यह कितना हो गया, यदि रेशो 2/5, इन्ना क्लीयर है। EG दी 5 विचों 2 ऑर्बिटल है EG सैट ऑफ ऑर्बिटल। तो बेटा अगर यदि मानिए कि जी क्रिस्टल फील्ड स्प्लिटिंग जी एनर्जी वो 10 D के हुआ, क्रिस्टल फील्ड
बाय डेफिनेशन क्रिस्टल फील्ड स्टेबलाइजेशन एनर्जी जी है बाय डेफिनेशन 10 DQ होगा। ये ज़्यादा भी हो सकती है घट भी। तो 10 DQ का आप जे आप लीए EG दे विच एक इलैक्ट्रॉन जो जाऊगा तो वही एनर्जी की होगी वो देखिए। तो असी उल्टा चलना बेटा कि T2G दे विच 3/5 रेशो सीगी है ना ऑर्बिटल दे इलैक्ट्रॉन की होने की, ये EG दे विच 2/5 आ। तो हुण यदी रेशो T2G की रेशो आप EG च लै लैनी, रेशो ऑफ T2G इंटू 10 DQ एनर्जी। 5 दूनी 10, ठीक है, 3 दूनी 6 DQ एक इलैक्ट्रॉन की एनर्जी जो EG सैट ऑफ ऑर्बिटल च जाऊगा तो 6 DQ होनी, वो कितनी होनी प्लस, ठीक है। इदा ही ਇਹਦਾ रेशो EG सैट ऑफ ऑर्बिटल की रेशो T2G ले लै लैनी है इंटू क्रिस्टल फील्ड स्टेबलाइजेशन एनर्जी ऑफ द सबसटेंस ऑफ द स्पीसी अंडर कंसीडरेशन। तो T2G ਲਈ तो यदी वैल्यू की होनी 4 DQ, क्योंकि एनर्जी यदी लोअर है 4 DQ। एक इलैक्ट्रॉन जो T2G सैट ऑफ ऑर्बिटल च जाएगा तो और एनर्जी कितनी लोअर हो जाएगी बेरी सेंटर नालों 4 DQ कितनी लोअर हो जाएगी, माइनस साइन का मतलब लोअर हो जाएगी 4 DQ दे जे EG सैट ऑफ ऑर्बिटल से जाएगा तो एनर्जी कितनी रेज हो जाएगी 6 DQ। बेटा हुण आ बेरी सेंटर मेनटेन ना 10 DQ रहना है ना, ये तो एनर्जी 4 वैल्यू घट आ 6 नालों, तो इनू घट ही शो करना है। आ देखो इत्थे 3 ऑर्बिटल शो करते, इन्होंने बेटा इकट्ठा शो करना। इदां ही 6 जी ज़्यादा आ देख लो, इतों बेरी सेंटर तो साइज़ बड़ा लिखना, बुक के कई बार इक्वल ही लिखा होंगे, ठीक है। आ EG सैट ऑफ ऑर्बिटल है अंडर ऑक्टाहेड्रल फील्ड, अंडर ऑक्टाहेड्रल फील्ड जो कंपलैक्स बन रहा, ये T2G सैट ऑफ ऑर्बिटल है, तेरी एनर्जी कितनी लोअर है बेटा -4 DQ एक इलैक्ट्रॉन की। एक इलैक्ट्रॉन की EG सैट ऑफ ऑर्बिटल च जाएगा तो एनर्जी कितनी रेज होनी है 6 DQ। तो आ बाय डिफरेंस क्रिस्टल फील्ड स्प्लिटिंग एनर्जी कितनी होनी है CFSE T2G तो EG सैट ऑफ ऑर्बिटल 10 DQ बाय डेफिनेशन। क्लीयर है। आ केड़ा ऑर्बिटल हो गया dx² - y², आ dz², इत्थे dxy dyz dz इन्ना क्लीयर है। एक तरह में क्रिस्टल फील्ड स्प्लिटिंग इन ऑक्टाहेड्रल फील्ड, ऑक्टाहेड्रल फील्ड के दी क्रिस्टल फील्ड ऑफ जे 6 लाइगेंड अप्रोच कर रहे हैं तो सानू जिन्ने नंबर ऑफ लाइगेंड अप्रोच कर रहे हैं तो सानू उस ट्रांजिशन मेटल एटम और आयन का कोऑर्डिनेशन नंबर पता चल गया। 6 लाइगेंड अप्रोच कर रहे हैं मतलब 6 कोऑर्डिनेट बॉन्ड बनाओगे, मतलब कोऑर्डिनेशन नंबर वह 6 होएगा ट्रांजिशन मेटल आयन का, तो वही ज्योमेट्री की होगी ऑक्टाहेड्रल। तो सानू 2 चीज़ां पता चल गई। सो if the ligand approaching the central metal ion are at equal distance from each of the d orbitals, the energy of the each orbital will increase by the same amount, therefore these orbitals will still remain degenerate but they will have higher energy than before they will a free state च सी, free metal ion सी है ना, फ्री ट्रांजिशन मेटल आयन। तो जो 6 लैगेंड जो अप्रोच किए इतने जिदा मान लिया तो वो इक्वली डिस्टेंस से इक्वली रिपेल किया इन्होंने 6 तो डीजनरेसी इतने की हाइपोथेटिकली की रही है सेम, बट वो रेज कर गई एनर्जी हाइपोथेटिकल इमेजिनेटिव डीजनरेसी रिटेन है। उस तो बाद जो ज़्यादा नेड़े आओगे दे 6 लाइगेंड तो उन्होंने फील्ड जी क्रिस्टल फील्ड है जी रिपल्शन है वो उन्होंने ब्रेक कर देगी 2 सैट ऑफ ऑर्बिटल्स। बेरी सेंटर मेनटेन रहना चाहिए। क्लीयर, मैं बेरी सेंटर बार बार बोलिया, दिस इज बेरी सेंटर, डॉटेड लाइन ड्रॉ करनी है, ठीक है जी। बट वी नो दैट d ऑर्बिटल्स हैव डिफरेंट ओरिएंटेशंस, ठीक है, एंड देयरफॉर दीज ऑर्बिटल विल एक्सपीरियंस डिफरेंट इन डायरेक्शन फ्रॉम द लिगेंड्स। सो द ऑर्बिटल्स लाइंग इन द डायरेक्शंस ऑफ द लिगेंड्स, जेडे ऑर्बिटल्स दियां लोब्स डी ऑर्बिटल्स दियां ट्रांजिशन मेटल आयन दे डी ऑर्बिटल्स दी लोब्स लाई करूगी अलॉन्ग द डायरेक्शन ऑफ द लाइगेंड, जिधरों लाइगेंड आ रहा तो ज़्यादा वो इंटरैक्ट करोगे है ना, तो इंटरैक्ट करोगे तो वो रिपल्शन ज़्यादा एक्सपीरियंस करोगे, ज़्यादा नेड़े आ जाओगे, विल एक्सपीरियंस ग्रेटर रिपल्शन फ्रॉम द अप्रोचिंग लाइगेंड एंड देयर एनर्जी विल बी रेज्ड।
to greater extent. On the other hand, d orbitals of the transition metal ion which are lying away from the approaching of the ligands will have lesser interaction, lesser repulsion, therefore their energy will be raised to lesser extent, or you can say will be lowered to more extent. Therefore, due to the electrical field or crystal field of the ligand, energy of the 5d orbital will split up, and the conversion of 5 degenerate orbital the conversion of 5 degenerate d orbitals of the transition metal ion into different set of orbitals having different energy in the presence of the electric field of the approaching ligand is called crystal field splitting. कि ਜਦੋਂ approaching ligands ਦੀ electric field ਦੀ presence ਵਿੱਚ crystal field ਦੀ presence ਵਿੱਚ ਜਦੋਂ 5 degenerate orbital degenerate d orbital transition metal ion ਦੇ ਉਹ ਦੋ different set of orbital ਦੇ ਵਿੱਚ split ਹੋ ਜਾਂਦੇ ਆ of different energy, they are called, that is called crystal field splitting, and this concept form the basis of the crystal field theory. The number of ligands means coordination number of the transition metal ion and their arrangement, that is geometry, around the transition metal ion will have different effect on the different on the relative energy of the 5d orbitals. ਇਹ ਜਿਹੜੇ ligand approach ਕਰ ਰਹੇ ਆ है ना, number of ligands ਤੇ ਉਹਨਾਂ ਦੀ arrangement around the transition metal atom ion will have a different effect on the relative energy of the 5d generator of 5d orbitals. In other words, crystal field splitting will be different in different structures with different coordination number. मतलब crystal field splitting will be different. crystal field stabilization energy रहनी है by definition 10d को, और splitting ज़्यादा भी हो सकती है, घट भी हो सकती है, but value की रहनी है by definition 10d को. So the crystal field splitting will be different in different structures with different coordination number or with different ligands. The magnetic properties, magnetic spectra and the electronic spectra and the preference for a particular geometry कि ਇਹਦੀ ਹਾਈ ਸਪਿਨ ਹੋਗਾ, ਲੋ ਸਪਿਨ ਹੋਗਾ, ਇਲੈਕਟ੍ਰੋਨਿਕ ਸਪੈਕਟਰਾ ਕੀ ਹੋਗਾ, ਕਿ ਇਹ ਕਲਰ ਸ਼ੋ ਕਰਨ ਦੇ ਲਈ ਹੈ ਨਾ, ਕਿਹੜਾ ਕਲਰ ਸ਼ੋ ਕਰਦੇ ਆ ਡੀ ਬਲੌਕ ਐਲੀਮੈਂਟਸ, ਆਈ ਮੀਨ ਟੂ ਸੇ ਟ੍ਰਾਂਜੀਸ਼ਨ ਮੈਟਲ ਕੰਪਲੈਕਸਿਸ, ਜਦੋਂ ਲਾਈਗੈਂਡ ਅਪਰੋਚ ਕਰਕੇ ਲਾਈਗੈਂਡ ਜਿਹੜੇ ਆ ਬੌਂਡ ਬਣਾ ਕੇ ਇੰਟਰੈਕਟ ਕਰਕੇ ਟ੍ਰਾਂਜੀਸ਼ਨ ਮੈਟਲ ਆਇਨ ਨਾਲ, ਤਾਂ ਉਹ ਇਲੈਕਟ੍ਰੋਨਿਕ ਟ੍ਰਾਂਜੀਸ਼ਨ ਸ਼ੋ ਕਰਦੇ ਆ, ਇਲੈਕਟ੍ਰੋਨਿਕ ਸਪੈਕਟਰਾ ਦਿਖਾਉਂਦੇ ਆ, ਅਤੇ ਦੇ ਵਿਲ ਗਿਵ ਰਾਈਜ਼ ਟੂ ਕਲਰ ਐਂਡ ਦਾ ਪ੍ਰੈਫਰੈਂਸ ਫॉर ਏ ਪਰਟੀਕੁਲਰ ਜਿਓਮੈਟਰੀ। ਕਿ ਜਿੱਦਾਂ ਕੋਆਰਡੀਨੇਸ਼ਨ ਨੰਬਰ 4 ਆ, 4 ਲਾਈਗੈਂਡ ਅਪਰੋਚ ਕਰ ਰਿਹਾ ਡੀ ਬਲੌਕ ਐਲੀਮੈਂਟ ਦੀ ਤਰਫ, ਤਾਂ ਉਹ ਜਿਹੜੇ ਅਪਰੋਚ ਕਰ ਰਿਹਾ ਲਾਈਗੈਂਡ ਉਹਨਾਂ ਦਾ ਨੇਚਰ ਡਿਫਰੈਂਟ ਹੋਊਗਾ, ਹੈ ਨਾ, ਉਹ ਡਿਪੈਂਡਿੰਗ ਅਪੋਨ ਦਾ ਕੰਡੀਸ਼ਨ। ਉਹ ਟ੍ਰਾਂਜੀਸ਼ਨ ਮੈਟਲ ਦੀ ਕੀ ਸ਼ੋ ਕਰੋਗੇ, ਜਿਓਮੈਟਰੀ ਔਕਟਾ 4 ਅਗਰ ਕੋਆਰਡੀਨੇਸ਼ਨ ਨੰਬਰ ਆ ਤਾਂ ਟੈਟਰਾਹੀਡਲ ਵੀ, ਐਂਡ ਔਰ ਦੇ ਕੈਨ ਸ਼ੋ ਸਕੁਅਰ ਪਲੇਨਰ ਡਿਪੈਂਡਿੰਗ ਅਪੋਨ ਦਾ ਕੰਡੀਸ਼ਨਸ। ਠੀਕ ਆ, ਦੈਟ ਕੈਨ ਬੀ ਐਕਸਪਲੇਨ ਇਨ ਟਰਮਸ ਆਫ ਸਪਲਿਟਿੰਗ ਆਫ ਡੀ ऑर्बिटल्स इन डिफरेंट क्रिस्टल फील्ड थ्योरी। क्लीयर बेटा? शेप मैं थानू सारी दिखा चुकी हाँ, शेप्स ऑफ द कल करवाती हैं, शेप ऑफ 5d ऑर्बिटल्स जिदा एक्स वाई है ना, 3d ऑर्बिटल डी एक्स वाई, डी वाई जेड, डी जेड एक्स डबल लोब होंदियां। मैं उन्होंने वेव फंक्शन भी दसते हैं। दीज लोब्स लाई इन बिटवीन द प्रिंसीपल एक्सिस एक्स वाई तो जेड एक्सिस इन बिटवीन लाई कर दी। डी जेड स्केयर का दिखाता, डी एक्स स्केयर माइनस वाई स्केयर का दिखाता। तो इतों थानू लगता कि पंजों आ 3d ऑर्बिटल की शेप सेम आ, इन्हों की डिफरेंट है, बट की करोगे तुसी की ऑब्जर्व करोगे, इट मे बी नोटेड दैट आल्दो डी जेड स्केयर एंड डी एक्स स्केयर माइनस वाई स्केयर ऑर्बिटल डू नॉट लुक टू बी सिमिलर, जेट दे आर इक्वलेंट, वो बराबर आ, सिमिलर नहीं लग रहे स्ट्रक्चर तो, बट दे आर इक्वलेंट टू द डी एक्स वाई डी वाई जेड डी जेड एक्स। सो फार एज इंटरैक्शन उन्होंने इंटरैक्शन किस सेंस इक्वलेंट आ, डी एक्स स्केयर माइनस वाई स्केयर एंड डी जेड स्केयर, अदरवाइज उन्होंने लॉब्स अलॉन्ग द एक्सिस लाई कर दियाँ, इक्वलेंट आ विद। हाँ जी बेटा, आप गल कर रहे थे कि भावें कि डी जेड स्केयर डी एक्स स्केयर माइनस वाई स्केयर उन्होंने शेप जी डिफरेंट लगती है, डोनट लुक टू बी सिमिलर, जेट दे आर इक्वलेंट टू द डी एक्स वाई डी वाई जेड डी जेड एक्स ऑर्बिटल एज देयर इंटरैक्शन रिपल्शन विद द ट्रांजिशन मेटल आयन आर कंसर्न। डी जेड स्केयर ऑर्बिटल कैन बी रिगार्डेड एज ए लीनियर कॉम्बिनेशन ऑफ टू ऑर्बिटल्स डी जेड स्केयर and minus x square and d z square minus y square, each of which are equivalent to the d x square minus y square.
ऑर्बिटल। बेटा ਇਹਨੂੰ ਐਜ਼ ਇਟ ਇਜ਼ ਕ੍ਰੈਮ ਕਰ ਲੈਣਾ, ਇਹਦਾ ਕੋਈ ਫਨ ਨਹੀਂ ਹੈ। ਮੈਂ ਤੁਹਾਨੂੰ ਦੱਸਦਾ ਦੋਨੋਂ ਲੋਬਸ ਇੱਕ ਡੰਬਲ ਦੀਆਂ, ਇਹ ਡਬਲ ਸ਼ੇਪ ਆ ਹੈ ਨਾ, ਇਹਨਾਂ ਦੀ ਸ਼ੇਪ ਦਾ ਵੇਵ ਫੰਕਸ਼ਨ ਦੋਨੋਂ ਲੋਬਸ ਦਾ ਸੇਮ ਹੋਣਾ, ਜਾਂ ਪਲੱਸ ਪਲੱਸ ਮਾਈਨਸ ਮਾਈਨਸ, ਠੀਕ ਆ। ਇਹਨੂੰ ਡਿਟੇਲ 'ਚ ਨਹੀਂ ਕਰਨਾ, ਇੰਨਾ ਕਲੀਅਰ ਆ। ਮੈਂ ਕ੍ਰਿਸਟਲ ਫਿeld ਸਪਲਿਟਿੰਗ ਦੀ ਥੋੜ੍ਹੀ ਡਿਟੇਲ ਤੁਹਾਨੂੰ ਦੱਸ ਦਿੱਤੀ ਹੋਈ ਹੈ, ਮੈਨੂੰ ਹੁਣ ਬਾਅਦ 'ਚੋਂ ਤੁਹਾਨੂੰ ਡਿਟੇਲ ਨਾਲ ਦੱਸਦੀ ਹਾਂ।